परम सत्कारयोग सतगुरां दी सजी और नवाजी हुई साध संगत जीओ, आप माई पाई धनता दे योग हो जिन्हां नूं सतगुरु जी दे चरणां दे विच बैठण दा सुभाग समा प्राप्त होया। आओ सारे ही रल मिल के माता गुजर कौर दे अखियां दे तारे गुरु तेग बहादुर महाराज जी दे पुत्रां दे दानी नीले दे साह सवार आनंदपुर दे वासी तन तन साहिब श्री गुरु गोबिंद सिंह महाराज जी का जो इतिहास चल रहा है। आओ कल प्रसंग छड्या सी आपां ने पराया धन खाण दा फल। एक सिख हिरन जूनी विच कल दस्या सी ना, भाई कीर्तिया जिहड़ा 10वें पातशाह गुरु गोबिंद सिंह महाराज जी नूं चौर साहिब करदा सी, उहदा पिता शोभा राम रिश्ती जोन दे विच पिया ते कलगीधर पातशाह जी ने सतगुरु कलगीधर पातशाह गुरु गोबिंद सिंह महाराज जी ने उहदा आधार किया। आओ करो इतिहास सरवण। एक दिन गुरु जी शिकार गए, डल्ला भी उन्हां दे नाल चल पिया। गुरु जी ने अपने तीर नाल एक हिरन मारिया। कलगीधर पातशाह गुरु गोबिंद सिंह महाराज जी ने अपने तीर दे नाल एक हिरन मारिया अते उस नूं वेख के हस पे। हिरन नूं वेख के हस पे। जद डल्ले ने अपने जदों डल्ले ने आप जी दे हसन का कारण पुछया, कहते महाराज जी आप जी हस रहे हो, की कारण है? तो सतगुरु कलगीधर पातशाह गुरु गोबिंद सिंह महाराज जी ने दस्या कि एक गुरु दा खजानची सी। यह गुरु का खजानची सी जो बहुत धन चराउंदा हुंदा सी, जिस करके इसने मर के ये मिर्ग दी जून पिया है। हुण अपना सिख जान के असां अपना सिख जान के असां इहदी मुक्ति कीती है। गुरु जी ने कहा, हे डल्ला सिख, अज एक होर विचार सुन। जिहड़ा पुरुष किसी तरह भी पराया धन खुश होके खांदा है, समझ लो उसका मांस बोटी बोटी करके खांदा है। जिहड़ा पुरुष किसी दा कुछ चुरा के खो के बल सल नाल खांदा है, महाराज जी कहंदे ओह हिरना ते बकरियां दा शरीर धारण करदा है। अते
ਲਹਿਣੇਦਾਰ ਉਸ ਨੂੰ ਆਖਦੇ ਹਨ। ਇਸ ਖਜ਼ਾਨਚੀ ਸਿੱਖ ਨੂੰ ਅਸੀਂ ਬਹੁਤ ਸਮਝਾ ਰਹੇ ਸਾਂ, ਪਰ ਇਹ ਆਪਣੇ ਸੁਭਾਅ ਤੋਂ ਨਾ ਹਟਿਆ, ਆਪਣੇ ਸੁਭਾਅ ਤੋਂ ਨਾ ਹਟਿਆ। ਇਸ ਦੀ ਇਹ ਗੱਲ ਯਾਦ ਕਰਕੇ ਅਸੀਂ ਹੱਸਿਆ। ਮਹਾਰਾਜ ਜੀ ਕਹਿੰਦੇ ਬੜਾ ਸਮਝਾਇਆ, ਪਰ ਇਹ ਸਮਝਿਆ ਨਾ। ਬੜਾ ਇਹਨੂੰ ਅਸੀਂ ਸਮਝਾਉਂਦੇ ਰਹੇ ਹਾਂ, ਮਹਾਰਾਜ ਜੀ ਕਹਿੰਦੇ, ਪਰ ਇਹ ਸੁਣ ਕੇ ਟਾਲ ਮਟੋਲੀ ਕਰ ਦਿੰਦਾ ਸੀ। ਇਸ ਕਰਕੇ ਇਹਨੂੰ ਹਿਰਨ ਦੀ ਜੂਨ ਦੇ ਵਿੱਚ ਪੈਣਾ ਪਿਆ। ਗੁਰੂ ਜੀ ਨੇ ਮੀਂਹ ਪਵਾਇਆ, ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਹ ਮੀਂਹ ਹੈ ਨਾ ਜਿਹੜਾ, ਇਹ ਪਰਮੇਸ਼ਰ ਦੇ ਹੁਕਮ ਦੇ ਨਾਲ ਪੈਂਦਾ ਹੈ। ਕੁਝ ਸਮਾਂ ਮੀਂਹ ਨਾ ਪੈਣ ਨਾਲ ਬਹੁਤ ਔੜ ਲੱਗ ਗਈ ਅਤੇ ਖੇਤੀਆਂ ਸੁੱਕ ਗਈਆਂ, ਤਾਂ ਸਾਰੇ ਦੇਸ਼ ਵਿੱਚ ਪ੍ਰਜਾ ਬਹੁਤ ਦੁਖੀ ਹੋ ਗਈ। ਇਸ ਦੁੱਖ ਭੁੱਖ ਦੇ ਕਾਰਨ ਬਹੁਤ ਸੰਗਤ ਮਿਲ ਕੇ ਗੁਰੂ ਜੀ ਦੇ ਪਾਸ ਆਈ ਅਤੇ ਬੇਨਤੀ ਕੀਤੀ, ਹੈ ਪ੍ਰਭੂ ਮਹਾਰਾਜ ਜੀ, ਮੀਂਹ ਨਾ ਪੈਣ ਕਰਕੇ ਸਾਰਾ ਦੇਸ਼ ਵਿੱਚ ਕਾਲ ਪਿਆ ਹੈ, ਜਿਸ ਕਰਕੇ ਸਾਰੇ ਮਨੁੱਖ ਤੇ ਪਸ਼ੂ ਆਦਿ ਜੀਵ ਤ੍ਰੇ ਨਾਲ ਭੁੱਖ ਨਾਲ ਦੁਖੀ ਹਨ। ਕਿਰਪਾ ਕਰਕੇ ਸਾਰੇ ਮਨੁੱਖ ਬੜੇ ਦੁਖੀ ਨੇ। ਕਿਰਪਾ ਕਰਕੇ ਮੀਂਹ ਪਵਾਓ, ਜਿਸ ਨਾਲ ਸਭ ਸੁਖੀ ਹੋ ਜਾਣ। ਗੁਰੂ ਜੀ ਨੇ ਡੱਲੇ ਵੱਲ ਵੇਖ ਕੇ ਕੁਝ ਰੋਹ ਨਾਲ ਆਖਿਆ, ਡੱਲੇ ਉੱਠ ਕੇ ਇੰਦਰ ਨੂੰ ਆਵਾਜ਼ ਮਾਰੋ। ਮਹਾਰਾਜ ਜੀ ਕਹਿੰਦੇ, ਡੱਲੇ ਉੱਠ ਕੇ ਇੰਦਰ ਨੂੰ ਆਵਾਜ਼ ਮਾਰੋ, ਜਿਸ ਕਰਕੇ ਉਹ ਛੇਤੀ ਹੀ ਬੱਦਲ ਭੇਜੇ। ਡੱਲੇ ਨੇ ਹੁਕਮ ਮੰਨ ਕੇ ਆਕਾਸ਼ ਵੱਲ ਡੰਡੇ ਮਾਰ ਕੇ ਤੇ ਨਾਲੇ ਕਈ ਤਰ੍ਹਾਂ ਦੇ ਬੋਲ ਇੰਦਰ ਪ੍ਰਤੀ ਆਖੇ ਤੇ ਕਿਹਾ, ਗੁਰੂ ਜੀ ਦਾ ਹੁਕਮ ਮੰਨ, ਗੁਰੂ ਜੀ ਦਾ ਹੁਕਮ ਮੰਨ ਕੇ ਛੇਤੀ ਮੀਂਹ ਪਾਓ। ਇਤਨੇ ਵਿੱਚ ਵੇਖਦੇ ਵੇਖਦੇ ਹੀ ਕਾਲੀਆਂ ਘਟਾਂ ਤੇ ਬੱਦਲ ਆ ਗਏ ਤੇ ਵਰਖਾ ਹੋਣ ਲੱਗ ਪਈ। ਇਸ ਪ੍ਰਥਾਏ ਸਤਿਗੁਰੂ ਜੀ ਨੇ ਆਸਾ ਦੀ ਵਾਰ ਦਾ ਇਹ ਸ਼ਲੋਕ ਪੜ੍ਹਿਆ, ਭੈ ਵਿੱਚ ਪਵਨ ਸਦਬਾਓ, ਭੈ ਵਿੱਚ ਪਵਨ ਬਹਿ ਸਦਬਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਹ ਆਸਾ ਦੀ ਵਾਰ ਦੀ ਪੰਗਤੀਆਂ ਨੇ ਜਿਹੜੀਆਂ ਆਪਾਂ ਆਸਾ ਦੀ ਵਾਰ ਲਾਉਂਦੇ ਆ ਬਾਣੀ ਦੀਆਂ। ਉਹ ਪੌਣ ਪਾਣੀ ਵੀ ਪਰਮੇਸ਼ਰ ਦੇ ਭੈ ਦੇ ਵਿੱਚ ਨੇ। ਲੱਖਾਂ ਦਰਿਆਓ ਪਰਮੇਸ਼ਰ ਦੇ ਭੈ ਦੇ ਵਿੱਚ ਚੱਲਦੇ ਨੇ। ਭੈ ਵਿੱਚ ਅਗਨ ਕੱਢੇ ਵਿਗਾਰ, ਅੱਗ ਪਰਮੇਸ਼ਰ ਦੇ ਭੈ ਵਿੱਚ ਚੱਲਦੀ ਆ।
ਪੈ ਵਿੱਚ ਧਰਤੀ ਦੱਬੀ ਪਾਰ, ਸਾਰੀ ਧਰਤੀ ਭੈ ਵਿੱਚ ਹੈ ਆਖੋ ਸਤਨਾਮ। ਭੈ ਵਿੱਚ ਇੰਦ ਫਿਰੇ ਸਿਰ ਪਾਰ। ਕਹਿੰਦੇ ਇੰਦਰ ਦੇਵਤਾ ਉਹ ਵੀ ਸਤਿਗੁਰ ਦੇ ਭੈ ਦੇ ਵਿੱਚ ਹੈ। ਭੈ ਵਿੱਚ ਰਾਜਾ ਧਰਮ ਦੁਆਰਾ, ਧਰਮ ਰਾਜਾ ਵੀ ਉਹ ਵੀ ਵਾਹਿਗੁਰੂ ਦੇ ਭੈ ਵਿੱਚ ਆ। ਕਿਉਂ? ਕਿਉਂਕਿ ਇਹਨਾਂ ਦੀਆਂ ਡਿਊਟੀਆਂ ਲਾਈ ਪਰਮੇਸ਼ਰ ਨੇ ਹੋਈਆਂ ਨੇ। ਆਖੋ ਸਤਨਾਮ। ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹ ਨਿਰਭਉ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਇੱਕੋ ਇੱਕ ਨਿਰੰਕਾਰ ਹੈ। ਇਹਦੇ ਪੜ੍ਹਨ ਨਾਲ ਹੋਰ ਵੀ ਵਰਖਾ ਹੋਣ ਲੱਗ ਪਈ। ਸਾਰੇ ਲੋਕ ਬੜੇ ਪ੍ਰਸੰਨ ਹੋ ਕੇ ਗੁਰੂ ਜੀ ਦਾ ਜਸ ਕਰਦੇ ਹੋਏ ਘਰਾਂ ਨੂੰ ਚੱਲ ਪਏ। ਵਰਖਾ ਨਾਲ ਸਭ ਦੇਸ਼ ਹਰਿਆ ਭਰਿਆ ਹੋ ਗਿਆ, ਜਿਸ ਨਾਲ ਘਾਹ ਪੱਠਾ ਤੇ ਅੰਨ ਜਲ ਬਹੁਤ ਹੋਣ ਕਰਕੇ ਸੁਕਾਲ ਹੋ ਗਿਆ। ਅਤੇ ਜਿੱਥੇ ਕਿੱਥੇ ਗੁਰੂ ਜੀ ਦਾ ਜਸ ਫੈਲਿਆ। ਆਖੋ ਸਤਨਾਮ। ਗੁਰੂ ਜੀ ਦਾ ਜਸ ਫੈਲਿਆ। ਤਾਂ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਤੀਸਰੇ ਪਾਤਸ਼ਾਹ, ਉਹਨਾਂ ਦੇ ਸਮੇਂ ਇੱਕ ਫਕੀਰ ਹੋਇਆ। ਇਹ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਈਰਖਾ ਲੱਗ ਗਿਆ, ਕਰਨ ਈਰਖਾ। ਵੀ ਮਹਾਰਾਜ ਨੂੰ ਇਹਨਾਂ ਨੂੰ ਜ਼ਿਆਦਾ ਲੋਕ ਮੰਨਦੇ ਨੇ, ਪੂਜਦੇ ਨੇ, ਆਉਂਦੇ ਨੇ ਨਾ ਲਵੇ, ਮੇਰੇ ਲਈ ਕਿਉਂ ਨਹੀਂ ਆਉਂਦੇ? ਮਨ ਦੇ ਵਿੱਚ ਈਰਖਾ ਸੜਨ ਲੱਗ ਗਿਆ ਸਤਿਗੁਰੂ ਜੀ ਤੋਂ। ਤਾਂ ਗੁਰਮੁਖ ਪਿਆਰਿਓ, ਉਹ ਸਮੇਂ ਵੀ ਇਸੇ ਤਰ੍ਹਾਂ ਮੀਂਹ ਨਾ ਪਿਆ, ਖੇਤੀਆਂ ਸੁੱਕ ਸੜ ਗਈਆਂ, ਡੰਗਰ ਪਿਆਸੇ ਮਰਨ ਲੱਗੇ, ਜੀਵ ਜੰਤ ਸਾਰੇ ਬੜੇ ਦੁਖੀ ਹੋਏ। ਤਾਂ ਗੁਰਮੁਖ ਪਿਆਰਿਓ, ਜਿਹੜੇ ਲੋਕ ਸੀ ਇਹਨੂੰ ਆ ਕੇ ਕਹਿਣ ਲੱਗੇ, ਕਹਿੰਦੇ ਫਕੀਰ ਜੀ ਮੀਂਹ ਨਹੀਂ ਪੈ ਰਿਹਾ ਹੈ, ਕੀ ਕਾਰਨ ਹੈ? ਕਹਿਣ ਲੱਗੇ ਮੀਂਹ ਤਾਂ ਨਹੀਂ ਪੈਂਦਾ ਜਿੰਨਾ ਚਿਰ ਇਸ ਨਗਰ ਦੇ ਵਿੱਚ ਅਮਰਦਾਸ ਰਹਿਣਗੇ, ਉਹਨਾਂ ਚਿਰ ਮੀਂਹ ਨਹੀਂ ਪੈਂਦਾ। ਹੁਣ ਗੁਰਮੁਖ ਪਿਆਰਿਓ, ਸਾਰੀ ਲੋਕਾਈ ਲੋਕ ਬੜੇ ਤੰਗ ਸੀ, ਬੜੇ ਪਰੇਸ਼ਾਨ ਸੀ। ਬੜੇ ਪਰੇਸ਼ਾਨ ਸਨ ਮੀਂਹ ਕਣੀਓ, ਡੰਗਰ ਪਿਆਸੇ ਬੜੇ ਭੁੱਖੇ ਮਰਨ ਲੱਗੇ। ਤਾਂ ਫਿਰ ਇਹਨੇ ਵਿਉਂਤ ਬਣਾ ਲਈ, ਕਹਿੰਦਾ ਵੀ ਮੀਂਹ ਪੈ ਜਾਏਗਾ। ਅੰਗਦ ਦੇਵ ਨੂੰ ਨਗਰ ਚੋਂ ਬਾਹਰ ਕੱਢਣਾ ਪਵੇਗਾ। ਗੱਲ ਤਾਂ ਕੁਝ ਹੋਰ ਸੀ, ਗੱਲ ਤਾਂ ਈਰਖਾ ਸੀ, ਆਪਸ ਦੇ ਵਿੱਚ ਛੱਡਦੇ ਸੀ, ਤੇ ਗੱਲ ਕੁਝ ਹੋਰ ਘੁਮਾ ਦਿੱਤੀ। ਹੁਣ ਜਿਹੜੇ ਲੋਕੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਾ ਕੇ ਬੈਠ ਗਏ।
सच्चे पातशाह एक बेनती लैके आए आ, जिहड़ा साडे तपा रहिंदा, साडे जिहड़ा तपा रहिंदा, उन्हें आख्या भी मीह पै जाएगा जे गुरु अंगद देव गुरु अमरदास नगर छड्ड के चले जाण। जे नगर छड्ड के चले जाण तां मीह पै जाएगा। सतगुरु असीं बड़े औखे हाँ, तुसीं नगर छड्ड के चले जाओ। लोग लाई लग होंदे ने, नहीं देखते सच की आ झूठ की आ। सच की परख नहीं है, बिरला बिरला कोई परख करदा कि सच की है ते झूठ की है। हुण झूठे दे पिछे लग के तपे दे गुरु अंगद देव महाराज जी नगर दे विचों कड्ढण वास्ते तैयार हो गया। खो सतनाम। कहते महाराज मीह नहीं पै रहा, तुहाडे करके नहीं पै रहा। महाराज जी कहते भाई मेरे करके मीह नहीं पै रहा। कहते हाँ जी, फिर की करिए? कहते जी तुहानू नगर छड्ड के जाना पैना। महाराज जी कहते कोई नहीं भाई, जे मेरे करके मीह रुकिया होया, मेरे जान दे नाल मीह पै जाएगा, लोग संगत सुखी हो जाणगे। रहे सी भाई। महाराज जी छड्ड के चले गए, जाके नगर तो एक साइड ते बह गए जाके। हुण तपा बड़ा खुश हुंदा भी लोकी मेरे कोल आया करनगे, मैनू मत्था टेकणगे, मेरी चढ़दी कला होगी, बड़ी माया आऊगी। पखंड बहुता टाइम नहीं चलता हुंदा। जिहड़ा असली सिउना ना वो असली हुंदा, जिहड़ा नकली जे बनाए हुंदे ना गहणे सिउने वर्गे डुप्लीकेट, उन्हां दी चमक तां जरूर हुंदी आ, पर वो बहुता चिर चमक नहीं रहिंदी, समा पै के मध्यम हो जाती आ। असली सिउना जिहड़ा उन्हें सारी जिंदगी उसे तरह रहना है। सतगुरु जी कहने लगे, कहते चंगा भाई जे मेरे करके मीह नहीं पै रहा तो मैं चले जाने। महाराज जी चले गए छड्ड के। जदों सतगुरु जी गोइंदवाल तो चले गए तो गुरमुख प्यारे तपा बड़ा खुश होया। फिर लोकी जाके तपे नूं कहन लगे, तपा जी तुसीं क्या है जिस दिन गुरु जी ये नगरी छड्ड के चले जाणगे उस दिन मीह पै जाएगा। मीह तो पिया नहीं है। कहते भी घबराओ ना, मीह पवेगा। आई लारे लप्पे लाउंदा रहा, लारे लप्पे लाउंदा रहा। लोकी उदों भी दुखी हो गए। एक तां गुरु जी नूं नगर तो कढ़ दिता, दूसरा तपे ने मीह भी नहीं पवाया, होर दुखी हो गए। फिर किसी गुरसिख ने दस्या, कहते किहड़े मीह की आस भालदे हो, किहड़े मीह की आस भालदे हो? कहता बाणी तो इंज कहती आ, मीह पाया परमेश्वर पाया, जी जंत सब सुखी वसाया। ये तो तपे तो की भालदे हो? ये गुरु दे नाल ईरखा करदा। ईरखा अपनी ईरखा ते तुहाने मूढ़े ने चला के नहीं चला दी। तुसीं इहो जिहे लोग भोले हो ते गुरु नगर दे विचों कढ़ दिता है। हुण बड़ा पछतावा कर रहे ने सारे इकट्ठे होके।
फिर गुरु अमरदास महाराज जी के कोल चले गए। सतगुरु कृपा करो दीन के दाते, मेरा गुण अवगुण ना विचारो कोई, माटी का क्या तोपै स्वामी मानस की गते ही। महाराज औगण बहुते ने, गुण नहीं है कोई। असी तपे दे पिछे लग के वहम दे विच पै गए, भरम दे विच पै गए। किरपा करो, साडियां भुल्लां बख्शिश करो, ते तुसी साडे दाते हो, तुसी साडे ते मेहर करन वाले हो, ते मेहर करो, मींह पवाओ। महाराज जी कहते भाई मींह तो पै जाएगा। कहते महाराज जी किवें पवेगा? महाराज जी कहते मींह पै जाएगा, जग करो, पुण्यदान करो। पुण्यदान जग कीता, पुण्यदान कीता। लोग कहन लगे महाराज जी मींह पिया नहीं। महाराज जी कहते पेगा। कहते किवें जी? कहते ਜਿਹੜੇ खेत ਦੇ ਵਿੱਚ ਤਪਾ ਜਾਏਗਾ, ਜਿਹੜੇ खेत ਦੇ ਵਿੱਚ ਤਪਾ ਜਾਏਗਾ, ਉਹ खेत ਦੇ ਵਿੱਚ ਮੀਂਹ ਪਏਗਾ। ਜਿੱਥੇ ਤਪੇ ਦਾ ਕੋਈ ਵੀ ਅੰਗ ਚਲਿਆ ਗਿਆ, ਉਹ ਜਗ੍ਹਾ ਤੇ ਮੀਂਹ ਪਏਗਾ। आउण लगी ਉਹਦੀ ਸਾਰੇ दुखी सी। दुखी बंदा करदा की नहीं, दुखी बंदा बहुत कुछ कर जाता। महाराज जी कहते जिथे तपे दा एक भी अंग चले जाएगा, ਉਹਦੀ बोटी भी चली गई किते मास दी, उत्थे भी मींह पै जाना। आखो सतनाम। ਹੁਣ ਲੋਕ ਦੁਖੀ ਤੇ ਬੜੇ ਅੱਕੇ ਹੋਏ ਸੀ। ਤਪੇ ਨੂੰ ਬੇਨਤੀ ਕਰਦਾ, ਕੋਈ ਤਪੇ ਨੂੰ ਇੱਧਰ ਨੂੰ ਲਿਜਾਂਦਾ, ਕੋਈ ਉੱਧਰ ਨੂੰ ਲਿਜਾਂਦਾ। ਕੋਈ ਕਹਿੰਦਾ ਇੱਧਰ ਚਰਨ ਪਾਓ ਜੀ, ਕੋਈ ਕਹਿੰਦਾ ਇੱਧਰ ਪਾਓ। ਜਿਹੜੇ ਖੇਤ ਚਲੇ ਜਾਂਦੇ ਨੇ ਨਾ, ਉੱਥੇ ਮੀਂਹ ਪੈ ਜਾਂਦਾ ਹੈ। ਹੁਣ ਲੋਕਾਂ ਨੇ ਸੱਚ ਮੰਨ ਲਿਆ। ਜਦੋਂ ਸੱਚ ਹੋਣ ਲੱਗ ਗਿਆ ਫਿਰ ਮੰਨਣਾ ਵੀ ਪੈਂਦਾ। ਜਿਹੜੇ ਖੇਤ ਜਾਂਦਾ ਤਪਾ, ਉੱਥੇ ਮੀਂਹ ਪੈ ਜਾਂਦਾ। ਤਾਂ ਗੁਰਮੁਖ ਪਿਆਰੇ ਲੋਕਾਂ ਨੇ ਖਿੱਚਾ ਧੂਹੀ ਕਰ ਲਈ। ਕੋਈ ਬਾਂਹ ਤੋਂ ਫੜ ਕੇ ਇੱਧਰ ਨੂੰ ਖਿੱਚ ਰਿਹਾ, ਕੋਈ ਉੱਧਰ ਨੂੰ ਖਿੱਚ ਰਿਹਾ। ਇੱਕ ਨੇ ਕਈ ਨੇ ਲੱਤਾਂ ਹੀ ਫੜ ਲਈਆਂ, ਕੋਈ ਇੱਧਰ ਨੂੰ ਖਿੱਚ ਰਿਹਾ, ਕੋਈ ਇੱਧਰ ਨੂੰ ਖਿੱਚ ਰਿਹਾ। ਇਤਿਹਾਸ ਦੱਸਦਾ ਤਪੇ ਨੂੰ ਵਿਚਾਲੇ ਪਾੜਤਾ ਲੋਕਾਂ ਨੇ। ਆਖੋ ਸਤਨਾਮ। ਲੋਕੀ ਕੋਈ ਉਂਗਲੀ ਕੱਟ ਕੇ ਲੈ ਗਿਆ, कोई बांह कट के लै गया, कोई कन्न कट के लै गया, कोई लत्त कट के लै गया। जिथे जिथे बोटी भी गई ना, उत्थे उत्थे मींह पिया। आखो सतनाम। आ हाल भी हो जाता जिहड़े गुरुआं दे नाल, रब दे प्यारिआं नाल, फकीरां नाल, साधुआं नाल पंगे लैंदे, इस तरह भी हो जाता। पै गया सारे मींह। फिर महाराज जी कहते मींह पाया परमेश्वर पाया, जी जंत सब सुखी वसाया। परमेश्वर की नहीं कर सकता? वो सब कुछ कर सकता। परमेश्वर ही भाई सब की ड्यूटी लाई हुई है। इंद्र देवते की परमेश्वर ने ड्यूटी लाई है। इंद्र देवता परमेश्वर के पै तो हुक्म तो इंच भी बाहर नहीं जा सकता। अग अग ला लो भी, अग भी परमेश्वर के हुक्म तो बाहर नहीं जाती। पानी सब कुछ भै दे विच आ। माफ कर दे, एक बंदा भै दे विच नहीं। आखो सतनाम। बंदे नूं कोई भै नहीं है, कोई डरे नहीं है। इनू पता नहीं भी कोई सतगुरु साडी सुप्रीम पावर भी बैठे आ। जे पता होवे ना, ज्ञान होवे, फिर गुरु के चरणों च रोज चौंकड़े मार के बैठे होना। आखो सतनाम। गली ज्ञान ना होवी, बाज कमाइयां दे गल्लां वाले बड़े तुरे फिरदे आ। गल्लां दे नाल ज्ञान नहीं होना भाई।
ਇਹ ਤਾਂ ਕਮਾਈਆਂ ਕਰਨੀਆਂ ਪੈਣੀਆਂ ਨੇ ਨਾਮ ਦੀਆਂ, ਦਿਨ ਰਾਤ ਇੱਕ ਕਰਕੇ ਫਿਰ ਕਿਤੇ ਨਾਮ ਦੀ ਕਮਾਈ ਇਕੱਠੀ ਹੁੰਦੀ ਆ, ਫਿਰ ਕਿਤੇ ਬਚਨ ਪੂਰੇ ਹੋਣ ਲੱਗਦੇ ਆ, ਫਿਰ ਕਿਤੇ ਮੇਰਾ ਹੁੰਦੀਆਂ ਨੇ, ਕਿਰਪਾ ਹੁੰਦੀਆਂ। ਐਂ ਥੋੜ੍ਹਾ ਹੁੰਦੀਆਂ ਨੇ। ਮੰਨ ਲਓ ਜੇ ਕਿਸੇ ਨੇ ਕੋਠੀ ਬਣਾਉਣੀ ਆ ਜਾਂ ਜ਼ਮੀਨ ਦਾ ਕਿੱਲਾ ਲੈਣਾ, ਤੁਹਾਡਾ ਕੀ ਖਿਆਲ ਹੈ ਵੀ ਮੰਜੇ ਤੇ ਪਏ, ਰੋਟੀ ਖਾ ਲਈ, ਪੈ ਗਏ, ਕਿੱਲਾ ਖਰੀਦ ਲੂਗਾ ਜਾਂ ਕੋਠੀ ਬਣਾ ਲੂਗਾ? ਕੀ ਕਰਨਾ ਪਊ? ਦਿਨ ਰਾਤ ਮਿਹਨਤ ਕਰਨੀ ਪੈਣੀ ਹੈ, ਮਿਹਨਤ ਕਮਾਈ, ਸਾਰਾ ਪਰਿਵਾਰ ਲੱਗੂਗਾ ਮਿਹਨਤ ਕਮਾਈ ਕਰਨ ਤੇ, ਫਿਰ ਗੁਰਮੁਖ ਪਿਆਰੇ ਜਾ ਕੇ ਕਿਤੇ ਕੋਠੀ ਬਣੇਗੀ ਜਾਂ ਕਿੱਲਾ ਜ਼ਮੀਨ ਦਾ ਖਰੀਦਿਆ ਜਾਣਾ। ਇੰਜ ਨਹੀਂ ਬਣਦਾ। ਗੱਲਾਂ ਦੇ ਨਾਲ ਕਮਾਈਆਂ ਕਰਨੀਆਂ ਪੈਂਦੀਆਂ ਨੇ, ਦਿਨ ਰਾਤ ਮਿਹਨਤ ਕਰਨੀ ਪੈਂਦੀ ਆ। ਇਸੇ ਤਰ੍ਹਾਂ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਵੀ ਦਿਨ ਰਾਤ ਨਾਮ ਦੀ ਕਮਾਈ ਕਰਦੇ ਨੇ, ਸਿਮਰਨ ਦੀ ਕਮਾਈ ਕਰਦੇ ਨੇ, ਭਜਨ ਕਰਦੇ ਨੇ, ਫਿਰ ਕਿਤੇ ਬਰਕਤਾਂ ਪੈਂਦੀਆਂ ਨੇ, ਫਿਰ ਕਿਤੇ ਬਚਨ ਪੂਰੇ ਹੁੰਦੇ ਆ। ਆਖੋ ਸਤਨਾਮ। ਇਸ ਤਰ੍ਹਾਂ ਤਪੇ ਦਾ ਹਾਲ ਕੀਤਾ ਲੋਕਾਂ ਨੇ। ਮਲਵਈਆਂ ਦੀ ਅੰਦਰਲੀ ਦਿਸ਼ਾ, ਮਲਵਈਆਂ ਦੀ ਅੰਦਰਲੀ ਦਿਸ਼ਾ ਗੁਰੂ ਜੀ ਨੇ ਸ਼ਿਕਾਰ ਕਰਨ ਦੇ ਬਹਾਨੇ ਸਾਰਾ ਮਾਲਵਾ ਫਿਰ ਕੇ ਵੇਖਿਆ ਅਤੇ ਇੱਕ ਦਿਨ ਦੀਵਾਨ ਵਿੱਚ ਬਚਨ ਕੀਤਾ ਕਿ ਇਹ ਦੇਸ਼ ਬਹੁਤ ਦਇਆਵਾਨ ਹੈ। ਸਿੱਖੀ ਸਿਦਕ ਇਹਨਾਂ ਲੋਕਾਂ ਵਿੱਚ ਬਹੁਤ ਹੈ। ਇਹਨਾਂ ਵਿੱਚ ਦੋਸ਼ ਇਹੀ ਹੈ ਕਿ ਇਹ ਝੂਠ ਬਹੁਤ ਬੋਲਦੇ ਹਨ। ਦਇਆਵਾਨ ਵੀ ਬਹੁਤ ਨੇ ਤੇ ਝੂਠ ਵੀ ਬਹੁਤ ਬੋਲਦੇ ਨੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ, ਪੁੱਤਰੀ ਪਿੱਛੇ ਪਲਹੇ ਸਚਾਈ, ਅੰਨ ਘਨੋ ਹੋਏ ਤੋਟ ਨਾ ਕਾਈ। ਤਾਂ ਗੁਰਮੁਖ ਪਿਆਰਿਓ ਅੱਗੇ ਕਹਿੰਦੇ, ਨਹੀਂ ਅਗ ਬਹਾਂਦੇ ਮਨ ਕਾਚੇ, ਪੈਸੇ ਕੀ ਤ੍ਰਿਸ਼ਨਾ ਮਹਿ ਰਾਚੇ, ਬਾਕ ਨਾ ਮਾਨੇ ਰਹੂ ਮਤ ਮਾਰੇ, ਆਪਣੋ ਭਲੋ ਨਾ ਜਾਨ ਗਵਾਰੇ। ਮਹਾਰਾਜ ਜੀ ਕਹਿੰਦੇ ਬਚਨ ਨਹੀਂ ਮੰਨਦੇ, ਬਾਕ ਨਾ ਮੰਨੇ ਰਹੂ ਮਤ ਮਾਰੇ। ਕਹਿੰਦੇ ਬਚਨ ਨਹੀਂ ਮੰਨਦੇ, ਆਪਣੀ ਮਤ ਦੇ ਪਿੱਛੇ ਚੱਲਦੇ ਨੇ। ਮਹਾਰਾਜ ਜੀ ਨੇ, ਸਤਿਗੁਰੂ ਨੇ ਬਾਣੀ ਦੇ ਵਿੱਚ ਕਿਹਾ, ਆਪਣੇ ਭਾਣੇ ਜੋ ਚੱਲੇ ਭਾਈ। ਜਿਹੜਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਦਾ ਨਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਖੋ ਸਤਨਾਮ। ਉਹਨੂੰ ਚੋਟਾਂ ਖਾਣੀਆਂ ਪੈਂਦੀਆਂ ਨੇ ਥਾਂ ਥਾਂ ਦੀਆਂ। ਜਿਹੜਾ ਆਪਣੇ ਭਾਣੇ ਚੱਲਦਾ, ਆਪਣੀ ਗੱਲ ਨੂੰ ਮੂਹਰੇ ਰੱਖਦਾ। ਸਤਿਗੁਰੂ ਜੀ ਕਹਿੰਦੇ, ਆਪਣੋ ਭਲੋ ਨਾ ਜਾਨ ਗਵਾਰੇ। ਕਹਿੰਦੇ ਆਪਣਾ ਭਲੇ ਦਾ ਨਹੀਂ ਪਤਾ ਵੀ ਕਿਵੇਂ ਭਲਾ ਹੋਣਾ, ਗਿਆਨ ਹੀ ਨਹੀਂ ਹੈ। ਇਸ ਤੇ ਬਚਨ ਹੋਇਆ, ਖਾਨੇ ਕੇ ਭੇਸ ਸਿੱਖੀ ਕੇ ਪਰਦੇਸ, ਮਤਵਲ ਪਾਤਸ਼ਾਹੀ ਰਾਜ ਬਿਨ ਪਾਤਸ਼ਾਹੀ। ਇਹ ਖਾਣ ਵਾਸਤੇ ਭੇਸ ਬਣਾਉਂਦੇ ਹਨ, ਸਿੱਖੀ ਦੇ ਭੇਸ ਤੋਂ ਪਰੇ ਹਨ। ਮਤਵਲ ਇਹਨਾਂ ਦੀ ਪਾਤਸ਼ਾਹੀ ਹੈ, ਭਾਵ ਮਤਵਲ ਹੀ ਹਨ। ਰਾਜ ਪਾਉਣ ਤੋਂ ਬਿਨਾਂ ਹਨ। ਅੱਗੇ ਪ੍ਰਸੰਗ, ਦੇਸ਼ ਵਿੱਚੋਂ ਤਾਪ ਹਟਾਇਆ ਸਿੱਖੀ ਦਾ ਪ੍ਰਚਾਰ। ਬਾਰਿਸ਼ ਦੇ ਪਿੱਛੋਂ ਦੇਸ਼ ਵਿੱਚ ਤਾਪ ਦੀ ਬਿਮਾਰੀ ਫੈਲ ਗਈ। ਅੱਜ ਜਿਵੇਂ ਕਰੋਨੇ ਦੀ ਫੈਲ ਗਈ ਸੀ ਨਾ, ਇਸ ਤਰ੍ਹਾਂ ਬਿਮਾਰੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ।
8वें पातशाह गुरु हरकृष्ण साहिब महाराज जी के वेले चेचक की बीमारी आई दिल्ली विच, बड़ी दुनिया मरन लगी। उदों महाराज जी नूं 8वें पातशाह गुरु हरकृष्ण साहिब महाराज जी नूं आख्या, महाराज तुसीं समर्थ हो, कुछ ना कुछ करो किरपा। महाराज जी कहते भाई परमेश्वर भली करेगा। अपना चरण का गूठा धरती नूं लाया, उथों पानी की फुहार प्रगट हुई। महाराज जी कहते इत्थे खूही तैयार कर लो। बचन कर दिता, जिहड़ा आ खूही दा जल सकेगा उहदी बीमारी हट जाएगी। आखो सतनाम। लागे लोग इकट्ठे होण, जिहड़ा भी आउंदा खूही दा जल सक लैंदा ते 9 बरना हो जांदा, बच जांदा। जिहड़े नूं ज्ञान ही नहीं सी भी पानी नाल भी कुछ हो जूगा, वो मरदे जाई गए ने। आखो सतनाम। ऐसी बीमारी सी चेचक दी कि मिट्टी दे विच मूँह घसो के मरदे सी। उस समय गुरु हरकृष्ण साहिब महाराज जी ने बचाया। तां गुरमुख प्यारिओ विचार चल रही सी भी सतगुरु समर्थ है। जिस तरह दशमेश पिता दमदमा साहिब की धरती ते रहिंदे सी, उदों एक बीमारी चली ऐसी। महाराज जी नूं बेनती की, कहते महाराज जी बीमारी हटाओ। महाराज जी कहते भाई दानिया जा होका दे जाके सारिਆਂ नूं भी खंडे वट का अमृत छको। खंडे वट का अमृत छकोगे ये बीमारी हट जानी आ। सत वचन महाराज। तां भाई मान सिंह ने उस समय दमदमा इलाके चाले दाले बड़ा ढंडोरा दिता, जिहड़ा अमृत सकेगा उन्होंने बीमारी नहीं लगेगी। कई लोग मखौल करते, कहते दानिया तू ही सकला साडे नाल दा अमृत, तू बच जाएगा। कहते अमृत सकन नाल कहते बीमारियां हटदियां ने। पानी च पतासे घोले हुए ने, किते बीमारियां हट जाणगियां। कोई दाने नूं कुछ कहे, कोई कुछ कहे। मुड़िया साहब नूं वापस गेड़े गुड़े दे के, दानिया भाई दानिया की कहती है संगत। कहता सच्चे पातशाह लोकी तां मखौल करते हैं। महाराज जी कहते मखौल करते हैं? कहते हाँ जी। याद रखियो साडा बचन, जिहड़ा खंडे वट दा अमृत सकेगा ना ओनू बीमारी नहीं चिंबड़ेगी। आखो सतनाम। ऐसे ही होया। हुण कई कहते चलो मन के वेख लैंदे आ, दाने की गल की पता लोटिया जे काम। दाने की गल मन के वेख लैंदे आ, की पता लोटे आ जाए। कईयां ने उही समझ के अमृत सकिया, वो बीमारी तो बच गए। ज्यों ज्यों अमृत सकते गए बीमारी तो बचते गए। ते गुरमुख प्यारे फिर हो के दुनिया इकट्ठी लागी। फिर दमदमा सब भीड़। महाराज जी कह लगे दानिया, कहते आ लोकी बड़े इकट्ठे हुए फिरदे आ। कहते सारे अमृत सकन वाले आ। महाराज जी कहते तू तो कहता सी भी अमृत सकते नहीं, ये तो ककार नहीं फिरदे आ अमृत सकण वास्ते। कहता महाराज जी तुसी तुहाडियां तुसी जानो। महाराज जी कहते करो भाई अमृत कड़ाहियां च तैयार। कड़ाहियां दे विच अमृत तैयार करना शुरू कर दिता। हुण दुनिया लकाई, कड़ाही कड़ूए ना कित्थे सकदा। महाराज जी तो बहुत घट गए कड़ाही भी। हुण की करिए?
महाराज जी कहते अमृत तैयार करके ना सरोवर दे विच पा दिओ, जिहड़े जिहड़े पीवणगे 5-5 चूले वो बचते जाणगे, कुछ नहीं हुंदा को सतनाम। ऐसे ही होया, उदों इस तरह बीमारी बचाई। हुण करोने की बीमारी आई, बड़िया अरदासां बेनतियां, भजन करन वाले ने भजन किते, सिमरन करन वाले ने सिमरन किते, सतगुरु महाराज जी ने किरपा की। ये समय समय के नाल बीमारियां आउंदियां नहीं आ। बारिश के पिछों देश विच ताप की बीमारी फैल गई, मुरदिया वांगू सब मंजियां उत्ते लम्मे पै गए। बाही खेती घर बार दे काम सब रुक गए। सारे ही मुरदिया वांग मंजियां दे उत्ते पै गए, भी बुखार चढ़ गया। जदों मंजियां ते लम्मे पे सारे काम रुक गए, जिस करके लोग बड़े दुखी हो गए। एक दिन संगत नाल आन के भाई डल्ले ने गुरु जी अगे बेनती की, गुरु गोबिंद सिंह महाराज जी अगे, कि कृपा करके इसदा कोई उपाय दसो जिस नाल यह ताप दूर हो जाए। आप जी तो बिना साडा होर कौन रखवाला है, तुसी साडे रखवाले हो, तुहाडे तो बिना साडा होर कोई रखवाला नहीं है, तुसी रखिया करो। कृपा करो दीन के दाते, मेरा गुण अवगुण ना विचारो कोई। माटी का क्या तोपै स्वामी, मानस की गते ही। कृपा करो, औगण बहुते ने, गुणा का नाश कर दिओ। आ बीमारी महाराज जी हटा दिओ। डल्ले दी बेनती सुन के सतगुरु ने आख्या कि सब लोग सिर उत्ते केस रखो, तमाकू पीना छड्डो, गुरबाणी नित पढ़िया करो। इस तरह जद गुरमत दे धारण कर लवोगे ना, तां तुहाडे देश विचों ताप निकल जाएगा। आप जी दा ये हुक्म डल्ले ने सारिਆਂ ਨੂੰ संबोधन करके सुनाया। महाराज जी कहते भाई सिर दे उत्ते केस रखो ते तमाकू पीना छड़ दिओ, ये बीमारी ताप दी निकल जाओ। हुण जे इत्थे शंकावान शंका करने वाला होवे भी सिर ते केस रखण नाल किते ताप उतर जू, तमाकू छड्डण नाल किते ताप उतर जू, जे शंकावान होवे, शंका करने वाला कर सकदा शंका। तां गुरमुख प्यारिओ सतगुरु जी दे बचनां दे उत्ते जिहड़ा शंका करदा ना, ਉਹੀ डुब जाता। आखो सतनाम। ਜਿਹੜਾ बचन कमा लैंदा तर जाता। हुण डल्ले ने सारिਆਂ ਨੂੰ संबोधन करके सुना दिता ਅਤੇ बहुत लोगों ने केस रख के तंबाकू पीना छड़ दिता ਅਤੇ गुरबाणी पढ़न लग पे। गुरबाणी पढ़न लग पे। गुरबाणी सीखण वास्ते बहुत लोग अपने पिंडां नूं छड्ड के दम दबा साहिब आण के रहन लग पे। सतगुरु जी ने पिंडां विच धर्मशाला खलवा दित्तियां। सारे पिंडां च धर्मशाला खलवा दित्तियां। धर्मशाला बनवा के उस विच गुरसिੱਖੀ पढ़न का प्रबंध कर दिता।
ਗੁਰੂ ਜੀ ਨੇ ਕਿਹਾ ਸਤ ਸੰਗਤ ਦਾ ਮੇਲਾ ਕਰਿਆ ਕਰੋ, ਤੁਹਾਨੂੰ ਸਦਾ ਸੁਖ ਰਹੇਗਾ। ਅੱਗੇ ਧਰਮਸ਼ਾਲਾ ਹੁੰਦੀਆਂ ਸੀ, ਹੁਣ ਕੀ ਨੇ? ਹੁਣ ਗੁਰਦੁਆਰਾ ਸਾਹਿਬ ਨੇ, ਨਾਮ ਚੇਂਜ ਹੋ ਗਿਆ ਨਾ। ਅੱਗੇ ਧਰਮਸ਼ਾਲਾ ਹੁੰਦੀਆਂ ਸੀ ਤੇ ਹੁਣ ਗੁਰਦੁਆਰਾ ਸਾਹਿਬ ਨੇ। ਗੁਰਦੁਆਰਾ ਸਾਹਿਬ ਬਣੇ ਕਾਹਦੇ ਵਾਸਤੇ ਨੇ? ਕਈ ਨੂੰ ਤਾਂ ਇਹ ਨਹੀਂ ਪਤਾ ਵੀ ਗੁਰਦੁਆਰਾ ਸਾਹਿਬ ਬਣੇ ਕਾਹਦੇ ਵਾਸਤੇ ਨੇ। ਗੁਰਦੁਆਰਾ ਸਾਹਿਬ ਬਣੇ ਨੇ ਸਾਡੇ ਭਲੇ ਵਾਸਤੇ। ਡਾਕਟਰ ਦੀ ਦੁਕਾਨ ਪਿੰਡ 'ਚ ਕਾਹਦੇ ਵਾਸਤੇ ਬਣਦੀ ਆ? ਵੀ ਲੋਕਾਂ ਦੇ ਸਰੀਰ ਲੋਟ ਕਰੇਗਾ, ਦਵਾਈ ਲਊ, ਜਿਹੜਾ ਠੀਕ ਹੋਊਗਾ, ਇਸੇ ਵਾਸਤੇ ਬਣੀ ਹੁੰਦੀ ਹੈ ਨਾ। ਗੁਰਦੁਆਰਾ ਸਾਹਿਬ ਬਣੇ ਕਾਹਦੇ ਵਾਸਤੇ ਨੇ? ਸਾਨੂੰ ਲੋਕਾਂ ਨੂੰ ਇਹ ਨਹੀਂ ਪਤਾ। ਮੈਂ ਇੱਥੇ ਤੱਕ ਸੀਮਤ ਰਹਿ ਗਏ ਵੀ ਜੇ ਕੋਈ ਚੜ੍ਹਾਈ ਕਰ ਗਿਆ ਲਿਆਓ ਮਹਾਰਾਜ, ਕੋਈ ਆਨੰਦ ਕਾਰਜ ਲਿਆਓ ਮਹਾਰਾਜ, ਬਸ ਆਹ ਕੰਮ ਤੱਕ ਅਸੀਂ ਸੀਮਤ ਰੱਖਿਆ ਹੋਇਆ ਮਹਾਰਾਜ। ਹੋਰ ਕੋਈ ਸਾਡਾ ਲਾਗਾ ਦਿਖਾ ਨਹੀਂ ਮਹਾਰਾਜ ਨਾਲ, ਨਾ ਕੋਈ ਸਾਨੂੰ ਗਿਆਨ ਆ ਕੀ ਗੁਰੂ ਘਰ ਦੀਆਂ ਮਰਿਆਦਾ ਨੇ, ਕੀ ਮਾਣ ਮਰਿਆਦਾ, ਕੀ ਗੁਰੂ ਘਰ ਦੀ ਮਾਣ ਮਰਿਆਦਾ ਕਹਿੰਦੀ ਆ। ਲੋਕੀ ਗੁਰੂ ਨਾਲ ਵੀ ਮਖੌਲ ਕਰਦੇ ਨੇ, ਪਰ ਉਹਨਾਂ ਲੋਕਾਂ ਦਾ ਆਸਰਾ ਇੰਨਾ ਮਾੜਾ ਹੁੰਦਾ ਨਾ, ਇੱਥੇ ਪਤਾ ਲੱਗ ਜਾਂਦਾ। ਬਾਕੀ ਦੂਰ ਦੀਆਂ ਗੱਲਾਂ ਤਾਂ ਰਹੀਆਂ। ਤਾਂ ਗੁਰਮੁਖ ਪਿਆਰਿਓ, ਹਰ ਸਿੱਖ ਦਾ ਫਰਜ਼ ਬਣਦਾ ਗੁਰੂ ਨੂੰ ਪਿਆਰ ਕਰਨਾ, ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ ਤੇ ਗੁਰੂ ਦੀ ਰਹਿਤ ਮਰਿਆਦਾ ਰੱਖਣੀ। ਗੁਰੂ ਦੀ ਰਹਿਤ ਮਰਿਆਦਾ ਪੜ੍ਹੋ 52 ਹੁਕਮਨਾਮੇ। ਜਦੋਂ ਕਲਗੀਧਰ ਪਾਤਸ਼ਾਹ ਜੀ ਜਾਂਦੇ ਜਾਂਦੇ ਲਾਸਟ ਵਚਨ ਕਰਕੇ ਕਹਿੰਦੇ ਨੇ, ਉਦੋਂ ਬਾਅਦ ਨਹੀਂ ਬੋਲੇ। 52 ਹੁਕਮਨਾਮੇ ਸਾਨੂੰ ਦੇ ਕੇ ਗਏ ਨੇ, ਸਾਨੂੰ 52 ਹੁਕਮ ਕਰਕੇ ਗਏ ਨੇ। ਉਦੋਂ ਬਾਅਦ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ ਨਹੀਂ ਸੀ, ਬਸ ਉਹ ਲਾਸਟ ਸੀ। ਪਤਾ ਨਹੀਂ ਸਾਨੂੰ ਵੀ ਹੁਕਮਨਾਮੇ ਕੀ ਨੇ ਮਹਾਰਾਜ ਦੇ, ਕੀ ਵਚਨ ਨੇ। ਤਾਂ ਗੁਰਮੁਖ ਪਿਆਰਿਓ, ਗੁਰੂ ਘਰ ਗੁਰਦੁਆਰੇ ਬਣੇ ਸਾਡੇ ਭਲੇ ਵਾਸਤੇ ਨੇ। ਜੇ ਹੁਣ ਅਸੀਂ ਚੱਲ ਕੇ ਨਹੀਂ ਆਵਾਂਗੇ ਫਿਰ ਗੁਰੂ ਦਾ ਕੀ ਕਸੂਰ ਆ ਭਾਈ? ਜੇ ਅਸੀਂ ਘਰਾਂ 'ਚ ਰਜਾਈਆਂ ਨਾਲੇ ਪਿਆਰ ਪਾ ਕੇ ਰੱਖਿਆ ਫਿਰ ਗੁਰੂ ਦਾ ਕੀ ਕਸੂਰ ਆ? ਗੁਰੂ ਘਰ ਆਓਗੇ, ਗੁਰਬਾਣੀ ਸੁਣੋਗੇ, ਕਥਾ ਸੁਣੋਗੇ, ਫਿਰ ਗੁਰਮੁਖ ਪਿਆਰੇ ਦੁੱਖਾਂ ਦਾ ਨਾਸ ਹੋ ਜਾਊਗਾ ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਊਗਾ। ਗੁਰੂ ਘਰ ਇਸ ਕਰਕੇ ਬਣੇ ਲਾਹਾ ਲੈਣ ਵਾਸਤੇ। ਆਪਾਂ ਨੇ ਆਪਣਾ ਮਨੁੱਖਾ ਜਨਮ ਕਰਨ ਸਫਲਾ ਬਣਾਉਣਾ। ਗੁਰਦੁਆਰੇ ਇਹ ਨਹੀਂ ਦੇਖਣਾ ਕਿ ਵੀ ਕੌਣ ਕੀ ਕਰਦਾ, ਕਿਹੜਾ ਕੀ ਕਰਦਾ। ਕਈਆਂ ਦੇਖਦੇ ਆ ਇੱਥੇ ਗੁਰੂ ਘਰਾਂ ਦੇ ਵਿੱਚ ਵੀ ਲੱਭਦੇ ਫਿਰਦੇ ਵੀ ਕੋਈ ਨਾ ਕੋਈ ਗੱਲ ਜੀ ਮਿਲ ਜੇ ਨਾ ਮਾੜੀ ਜੀ, ਫਿਰ ਦਿਨ ਚੜ੍ਹਦੇ ਨੂੰ ਕਰੀਏ ਗੱਲ, ਉਹਨੂੰ ਕੋਈ ਨਾ ਕੋਈ ਗੱਲ ਮਿਲੇ ਮਾੜੀ ਮੋਟੀ ਉਹਨੂੰ ਕਰੀਏ। ਗੁਰਮੁਖ ਪਿਆਰਿਓ, ਕਿਸੇ ਦੇ ਔਗਣ ਨਹੀਂ ਦੇਖਣੇ। ਮਹਾਰਾਜ ਕਹਿੰਦੇ ਜੇ ਦੇਖਣੇ ਨੇ ਤਾਂ ਕਿਸੇ ਦੇ ਗੁਣ ਵੇਖੋ, ਜੇ ਵੇਖਣੇ ਨੇ ਆਪਣੇ ਔਗਣ ਵੇਖੋ, ਫਿਰ ਸੰਸਾਰ ਤੋਂ ਸਹਿਜੇ ਹੀ ਭਵਜਲ ਪਾਰ ਹੋ ਜਾਓਗੇ। ਆਖੋ ਸਤਨਾਮ। ਇੱਥੇ ਲਾਹਾ ਲੈਣ ਵਾਸਤੇ ਆਏ ਆ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਾਹਾ ਲੈਣ ਵਾਸਤੇ ਆਏ ਸੀ, ਪਰ ਹੋ ਕੀ ਗਿਆ? ਲੱਗਾ ਕਿਤਕ ਫਕੜੇ ਸਾ ਮੁਕਦੀ ਚੱਲੀ ਰਹਿਣ। ਐਸਾ ਕੰਮਾਂ ਦੇ ਵਿੱਚ ਉਲਝ ਗਏ ਆ ਕਿ ਗੁਰੂ ਨੂੰ ਇਹ ਵਿਸਾਰ ਦਿੱਤਾ। ਆਖੋ ਸਤਨਾਮ। ਮੈਂ ਕਈਆਂ ਨੂੰ ਕਹਿਣਾ ਜਾਂ ਬਾਹਰ ਅੰਦਰ ਵੀ ਜਾਂਦੇ ਆ ਵੀ ਭਾਈ ਗੁਰੂ ਘਰ ਆਇਆ ਕਰੋ। ਬਾਬਾ ਜੀ ਕੀ ਕਰੀਏ, ਸਮਾਂ ਹੀ ਨਹੀਂ ਮਿਲਦਾ। ਸਮਾਂ ਨਹੀਂ ਮਿਲਦਾ। ਕੈ ਵਜੇ ਉੱਠਦੇ ਹੁੰਦੇ ਹੋ ਭਾਈ? ਬਸ ਜੀ ਉੱਠੇ ਕੱਢਦੇ ਆ। ਕਿੰਨੇ ਕੁ ਵਜੇ? ਬਸ ਜੀ ਹੁਣ ਠੰਡ ਜੀ 8 ਵਜੇ ਉੱਠ ਕੱਢਦੇ ਆ। ਆਖੋ ਸਤਨਾਮ। ਲੈ 8 ਵਜੇ ਕਦੇ ਉੱਠ ਕੱਢਦੇ ਆ? ਫਿਰ ਦੱਸੋ ਉਹ ਕਿਹੜੇ ਮਰਤਬੇ ਨੂੰ ਪ੍ਰਾਪਤ ਕਰੋਗੇ? ਜਿੰਨੇ ਕੁਝ ਖਟਣਾ ਨਾ, ਜਿੰਨੇ ਕੁਝ ਕਰਨਾ ਹੁੰਦਾ, ਉਹ ਸਾਜਰੇ ਉੱਠਦਾ।
ਤਾਂ ਗੁਰਮੁਖ ਪਿਆਰਿਓ ਇਸ਼ਨਾਨ ਪਾਣੀ ਕਰੋ। ਇਸ਼ਨਾਨ ਪਾਣੀ ਕਰਕੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰੋ। ਨਮਸਕਾਰ ਕਰਕੇ ਬੈਠੋ, 10 ਮਿੰਟ ਬੈਠੋ, 5 ਮਿੰਟ ਬੈਠੋ, ਜਿੰਨਾ ਵੀ ਸਮਾਂ ਲੱਗਦਾ ਉਨਾ ਲਾਓ ਤੇ ਗੁਰੂ ਦੇ ਦਰਸ਼ਨ ਕਰਕੇ ਜਾਓ। ਕਰੋ ਕੰਮ ਕਾਰ। ਮਹਾਰਾਜ ਕਿਹੜਾ ਤੁਹਾਨੂੰ ਫੜ ਕੇ ਬਿਠਾਉਂਦੇ ਨੇ ਉਰੇ, ਇਹ ਤਾਂ ਜਾਣੇ ਨਹੀਂ ਭਾਈ, ਇੱਥੇ ਹੀ ਰਹਿਣਾ। ਫਿਰ ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਪੈਂਦੀਆਂ ਨੇ। ਆਖੋ ਸਤਨਾਮ। ਫਿਰ ਸਾਡੀਆਂ ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪੈਂਦੀਆਂ ਨੇ। ਆ ਜਿਹੜੇ ਕਹਿੰਦੇ ਨਾ ਮਾਇਆ ਆਉਂਦੀ ਬੜੀ ਹੈ ਜੀ, ਪਰ ਜਾਂਦੀ ਦਾ ਨਹੀਂ ਪਤਾ ਲੱਗਦਾ। ਆਖੋ ਸਤਨਾਮ। ਬਰਕਤ ਨਹੀਂ, ਕਿਉਂ ਨਹੀਂ ਬਰਕਤ ਪੈਂਦੀ? ਦਿਨ ਰਾਤ ਬੰਦਾ ਮਿਹਨਤ ਕਮਾਈ ਕਰਦਾ, ਬਰਕਤ ਕਿਉਂ ਨਹੀਂ ਪੈਂਦੀ? ਕਿਉਂਕਿ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ। ਜਦੋਂ ਪਰਮੇਸ਼ਰ ਦੀ ਬੰਦਗੀ ਕਰੋਗੇ ਨਾ, ਫਿਰ ਕਿਰਪਾ ਹੋਣ ਲੱਗ ਜਾਂਦੇ ਨੇ। ਆਖੋ ਸਤਨਾਮ। ਪਰਮੇਸ਼ਰ ਦੀ ਬੰਦਗੀ ਕਰੋਗੇ, ਭਜਨ ਕਰਾਂਗੇ ਤਾਂ ਗੁਰਮੁਖ ਪਿਆਰਿਓ ਵੱਡੀਆਂ ਵੱਡੀਆਂ ਕਿਰਪਾ ਹੋ ਜਾਂਦੀਆਂ ਨੇ। ਫਿਰ ਮਾਇਆ ਦੇ ਵਿੱਚ ਵੀ ਬਰਕਤਾਂ ਪੈ ਜਾਂਦੀਆਂ ਨੇ। ਇਸ ਤਰ੍ਹਾਂ ਬਰਕਤਾਂ ਪੈਂਦੀਆਂ ਨੇ ਨਾਮ ਸਿਮਰਨ ਕਰਨ ਦੇ ਨਾਲ। ਗੁਰੂ ਘਰ ਬਣੇ ਐਸੇ ਵਾਸਤੇ ਨੇ, ਲੋਕਾਂ ਦੇ ਭਲੇ ਵਾਸਤੇ, ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ। ਇਹ ਬਣੀ ਐਸੇ ਵਾਸਤੇ ਨੇ, ਹੋਰ ਕੋਈ ਦਿਖਾਵੇ ਵਾਸਤੇ ਨਹੀਂ ਹੈ ਕੋਈ ਗੁਰਦੁਆਰੇ। ਜੇ ਅਸੀਂ ਚੱਲ ਕੇ ਨਹੀਂ ਗੁਰੂ ਦੇ ਕੋਲ ਆਵਾਂਗੇ ਤਾਂ ਕਸੂਰ ਕਿਹਦਾ? ਕਸੂਰ ਸਾਡਾ। ਆਖੋ ਸਤਨਾਮ। ਇੱਥੇ ਬਹਾਨਾ ਨਹੀਂ ਕੋਈ ਚੱਲਦਾ। ਕੋਈ ਕਹੋ ਕੀ ਕਰੀਏ ਬਾਬਾ ਜੀ, ਸਿਰ ਦੁਖਦਾ। ਲੈ ਤੜਕੀ ਸਿਰ ਸਾਰੀ ਰਾਤ ਸੌਂਦੇ ਨੂੰ ਹੋ ਗਈ, ਕਿ ਸਵੇਰੇ ਸਿਰ ਦੁਖਣ ਲੱਗ ਗਿਆ। ਕੀ ਕਹਿਣਗੇ ਕੀ ਕਰੀਏ ਬਾਬਾ ਜੀ, ਤੁਰੇ ਹੀ ਨਹੀਂ ਜਾਂਦਾ, ਗੋਡੇ ਨਹੀਂ ਕੰਮ ਕਰਦੇ, ਬੈਠੇ ਨਹੀਂ ਜਾਂਦਾ। ਇਹ ਕੀ ਆ? ਇਹ ਬਹਾਨੇ ਨੇ। ਜਦੋਂ ਘਰ ਦੇ ਕੰਮ ਕਾਰ ਕਰਦੇ ਉਦੋਂ ਗੋਡੇ ਕਿੱਥੇ ਜਾਂਦੇ ਨੇ ਬਈ? ਉਦੋਂ ਸਿਰ ਕਿੱਥੇ ਜਾਂਦਾ? ਇਸ ਕਰਕੇ ਗੁਰੂ ਦੇ ਕੋਲ ਕੋਈ ਬਹਾਨਾ ਨਹੀਂ ਚੱਲਣਾ। ਇਹ ਅੰਤਰਜਾਮੀ ਨੇ, ਇਹ ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਗੁਰੂ ਅੰਤਰਜਾਮੀ ਆ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗ ਅਪੰਗੰਗ ਵਿਭੂਤੇ। ਤੁਹਾਡੇ ਸਾਰਿਆਂ ਦੇ ਨਾਲ ਆ ਪਰਮੇਸ਼ਰ। ਜਿੱਦੇ ਪਰਮੇਸ਼ਰ ਨਾਲ ਨਾ ਰਿਹਾ ਨਾ, ਉਸੇ ਦਿਨੇ ਮੰਜੀ ਤੇ ਪਾ ਕੇ, ਆ ਜਿਹੜੀ ਲੋਹੇ ਦੀ ਪੀੜੀ ਜੀ ਆ ਪਾ ਕੇ, ਬਸ ਲੈ ਕੇ ਸ਼ਮਸ਼ਾਨ ਭੂਮੀ 'ਚ ਲੱਕੜਾਂ ਤੇ ਲਿਜਾ ਕੇ ਰੱਖ ਦੇਣਾ। ਉਦੋਂ ਪਰਮੇਸ਼ਰ ਤੇ ਤੋਂ ਦੂਰ ਹੋ ਜਾਣਾ। ਨਹੀਂ ਉਹਨਾਂ ਚਿਰ ਤੇਰੇ ਨਾਲ ਹੀ ਆ। ਜੇ ਮੋਬਾਈਲ ਦੇ ਵਿੱਚ ਬੈਟਰੀ ਆ ਨਾ, ਤਾਈਓ ਮੋਬਾਈਲ ਚੱਲ ਰਿਹਾ, ਸਭ ਕੁਛ ਗੱਲਾਂ ਬਾਤਾਂ ਦੇਖਦੇ ਕਰਦੇ ਆ। ਜਿੱਦਾਂ ਮੋਬਾਈਲ 'ਚੋਂ ਬੈਟਰੀ ਨਿਕਲ ਗਈ, ਉਹੀ ਮੋਬਾਈਲ ਡੈਡ, ਬੇਕਾਰ। ਇਸ ਕਰਕੇ ਭਾਈ ਗੁਰੂ ਤੋਂ ਬਿਨਾ ਅਸੀਂ ਬੇਕਾਰ ਹਾਂ। ਜਦੀ ਚੱਕ ਕੇ ਅਗਲੇ ਨੇ ਰੱਖ ਕੇ ਲੱਕੜਾਂ ਤੇ ਫੂਕ ਦੇਣਾ, ਕੀ ਕਰਾਉਣਾ ਆਪਾਂ ਤੋਂ ਫਿਰ ਬਾਅਦ 'ਚ? ਜਿੰਨਾ ਚਿਰ ਸਾਡੇ ਅੰਦਰ ਪਰਮੇਸ਼ਰ ਆ ਨਾ, ਉਨਾ ਚਿਰ ਹੀ ਸਾਡੀ ਕੀਮਤ ਆ, ਉਨਾ ਹੀ ਸਾਡਾ ਚਿਰ ਮੋਹ ਕਰਨਗੇ। ਜਦੋਂ ਪਰਮੇਸ਼ਰ ਨਾ ਰਿਹਾ, ਫਿਰ ਤਾਂ ਚੱਕਲੋ ਹੋ ਜਾਣੀ। ਆਖੋ ਸਤਨਾਮ। ਲੈ ਜਾਓ ਭਾਈ। ਕਹਿਣਗੇ ਬੜਿਆ ਮੁੰਡਾ ਰਹਿ ਗਿਆ, ਕੋਈ ਨਹੀਂ ਆਪੇ ਆ ਜਾਓ, ਉੱਥੇ ਦੇਖ ਲਓ ਸ਼ਮਸ਼ਾਨ 'ਚ, ਉੱਥੇ ਦਿਖਾ ਦਾਂਗੇ, ਉਹ ਲੈ ਚਲੋ ਚੱਕ ਕੇ। ਆਹ ਹਾਲਤ ਬਣਦੀ ਆ। ਇਸ ਕਰਕੇ ਆਪਣੇ ਭਲੇ ਲਈ, ਕਿਸੇ ਦੇ ਨਹੀਂ, ਆਪਣੇ ਭਲੇ ਦੇ ਵਾਸਤੇ ਆਪਾਂ ਨੇ ਗੁਰੂ ਘਰ ਦੇ ਵਿੱਚ ਆਣਾ। ਗੁਰੂ ਦੇ ਕੋਲੋਂ ਆਪਾਂ ਨੇ ਆਪਣਾ ਭਲਾ ਕਰਵਾਉਣਾ। ਆ ਪ੍ਰਚਾਰ ਦਾ ਕੀ ਮਤਲਬ ਆ? ਇਹ ਇੱਕ ਲੋਕਾਂ ਨੂੰ ਸਮਝਾਉਣ ਵਾਸਤੇ ਆ। ਤੁਸੀਂ ਦੇਖਿਆ ਕਦੇ ਵੀ ਡੰਗਰਾਂ ਵਾਸਤੇ ਦੀਵਾਨ ਲੱਗਿਆ ਹੋਇਆ? ਵੀ ਡੰਗਰਾਂ ਨੂੰ ਸਮਝਾਉਣ ਵਾਸਤੇ, ਜਾਂ ਕੁੱਤੇ ਬਿੱਲਿਆਂ ਨੂੰ ਸਮਝਾਉਣ ਵਾਸਤੇ, ਜਾਂ ਹੋਰ ਪਸ਼ੂ ਪੰਛੀਆਂ ਨੂੰ ਸਮਝਾਉਣ ਵਾਸਤੇ ਦੇਖਿਆ ਕਦੇ ਜ਼ਿੰਦਗੀ 'ਚ ਵੀ ਦੀਵਾਨ ਉਹਨਾਂ ਵਾਸਤੇ ਸਤ ਸੰਗਤ ਹੋ ਰਿਹਾ? ਕਿਉਂ ਨਹੀਂ ਲੱਗਦਾ? ਕਿਉਂਕਿ ਉਹ ਸਾਰੇ ਆਪੋ ਆਪਣੇ ਭੈ ਦੇ ਵਿੱਚ ਨੇ, ਉਹ ਆਪੋ ਆਪਣੇ ਕਾਨੂੰਨ ਮਰਿਆਦਾ ਦੇ ਵਿੱਚ ਨੇ। ਇੱਕ ਬੰਦਾ ਹੀ ਆ, ਇਹ ਜੀਵ ਹੀ ਆ ਜਿਹੜਾ ਮਨ ਮਾਨੀਆਂ ਕਰਦਾ। ਇਹਨੂੰ ਸਮਝਾਉਣ ਵਾਸਤੇ ਹੀ ਆ ਸਤ ਸੰਗਤ ਕਰਨੇ ਪੈਂਦੇ ਆ। ਆ ਕਥਾ ਦਾ ਮਤਲਬ ਕੀ ਆ? ਇਹੀ ਆ ਵੀ ਕਿਸੇ ਨਾ ਕਿਸੇ ਨੂੰ
ਸੋਝੀ ਆ ਜਾਏ, ਕਿਸੇ ਨੂੰ ਗਿਆਨ ਆ ਜਾਏ, ਇਹਦੇ ਵਾਸਤੇ ਕਥਾ ਕੀਰਤਨ ਹੁੰਦਾ। ਨਹੀਂ ਤਾਂ ਪੰਜ ਬਾਣੀ ਦਾ ਨਿਤਨੇਮ ਕਰਿਆ ਤੁਸੀਂ ਆਪਣੀਆਂ ਰਜਾਈਆਂ 'ਚ, ਮੈਂ ਆਪਣੀ ਰਜਾਈ 'ਚ, ਮੈਨੂੰ ਕਿਹੜਾ ਨੀਂਦ ਨਹੀਂ ਆਉਂਦੀ। ਇਹ ਰੱਬ ਦੇ ਪਿਆਰੇ ਕਿਸੇ ਨੂੰ ਕਿਸੇ ਰੂਹ ਦਾ ਭਲਾ ਕਰਦੇ ਆ, ਕੋਈ ਨਾ ਕੋਈ ਜੁੜ ਜਾਏ, ਗੁਰੂ ਦੇ ਨਾਲੋਂ ਟੁੱਟਿਆ ਹੋਇਆ ਕੋਈ ਨਾ ਕੋਈ ਜੁੜ ਜਾਏ। ਇਹ ਉਪਰਾਲਾ ਸਾਧੂ ਦਾ ਸਦਾ ਹੀ ਹੁੰਦਾ, ਕਿਵੇਂ ਨਾ ਕਿਵੇਂ ਜੁੜੇ, ਪਰ ਗੁਰੂ ਦੇ ਨਾਲ ਜੁੜ ਜਾਏ, ਆਪਣਾ ਭਲਾ ਹੋ ਜਾਏ। ਇੱਥੇ ਤਾਂ ਜੇ ਨਹੀਂ ਵੀ ਆਉਂਗੇ, ਮੈਨੂੰ ਕਿਹੜਾ ਕੋਈ ਫਾਇਦਾ ਤੁਹਾਡਾ ਆਉਣ ਦਾ। ਨਹੀਂ ਵੀ ਆਉਂਗੇ ਤਾਂ ਵੀ ਮੈਨੂੰ ਕੋਈ ਨੁਕਸਾਨ ਨਹੀਂ, ਆਉਂਗੇ ਗੁਰੂ ਦੇ ਕੋਲ ਤਾਂ ਵੀ ਮੈਨੂੰ ਕੋਈ ਫਾਇਦਾ ਨਹੀਂ ਹੈ। ਫਾਇਦਾ ਕਿਹਨੂੰ ਆ? ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆਊਗਾ ਭਾਈ, ਫਾਇਦਾ ਉਸੇ ਨੂੰ ਹੀ ਆ। ਜਿਹੜਾ ਨਹੀਂ ਆਊਗਾ ਨੁਕਸਾਨ ਉਸੇ ਦੀ। ਆਪਣਾ ਕੀ ਜਾਣਾ? ਕੁੱਤੇ ਦਾ ਕੰਮ ਕੀ ਹੁੰਦਾ? ਨਾ ਤਾਂ ਭੌਂਕਣਾ ਹੁੰਦਾ। ਪਹਿਰੇਦਾਰ ਦਾ ਕੰਮ ਕੀ ਹੁੰਦਾ? ਨਾ ਤਾਂ ਹੋਕਾ ਦੇਣਾ ਹੁੰਦਾ। ਅਸੀਂ ਤਾਂ ਗੁਰੂ ਦੇ ਪਹਿਰੇਦਾਰ ਆ, ਕੁੱਤੇ ਆ, ਤੇ ਸਾਡਾ ਕੰਮ ਤਾਂ ਹੋਕਾ ਦੇਣਾ ਬਣਦਾ। ਉਹ ਡਿਊਟੀ ਆਪਣੀ ਚੱਲ ਰਹੀ ਹੈ, ਲਾ ਰਹੇ ਆ ਬਸ। ਜਿਹੜਾ ਮੰਨੂਗਾ, ਨਹੀਂ ਮੰਨੂਗਾ, ਫਾਇਦਾ ਉਹਦਾ ਹੋਣਾ। ਇਸ ਕਰਕੇ ਗੁਰੂ ਘਰ ਆਪਣੇ ਲੋਕਾਂ ਦੇ ਭਲੇ ਵਾਸਤੇ ਬਣੇ ਆ। ਮਹਾਰਾਜ ਦੇ ਵਚਨ ਬਾਰ-ਬਾਰ ਆਪਾਂ ਨੂੰ ਵਚਨ ਸੁਣਾਉਂਦੇ ਨੇ, ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ। ਮਹਾਰਾਜ ਜੀ ਕਹਿੰਦੇ, ਜੋ ਇਹ ਕਥਾ ਸੁਣੇ ਅਰ ਗਾਵੇ, ਦੁਖ ਪਾਪ ਤਹਿ ਨਿਕਟ ਨ ਆਵੈ। ਮਹਾਰਾਜ ਜੀ ਕਹਿੰਦੇ, ਜਿਹੜੇ ਸਰਦਾ ਦੇ ਨਾਲ, ਭਾਵਨਾ ਦੇ ਨਾਲ ਕਥਾ ਕਰਦੇ ਨੇ ਨਾ, ਉਹਨਾਂ ਦੇ ਨੇੜੇ ਭਾਈ ਦੁੱਖ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦਾ। ਆਖੋ ਸਤਿਨਾਮ। ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋਣ ਲੱਗ ਜਾਂਦੀਆਂ ਨੇ। ਇਸ ਕਰਕੇ ਗੁਰੂ ਦੇ ਚਰਨਾਂ 'ਚ ਬਹਾਨਾ ਨਹੀਂ ਚੱਲਦਾ। ਵੀ ਸਿਰ ਦੁਖਣ ਲੱਗ ਗਿਆ ਜੀ, ਲੱਤਾਂ ਦੁਖਦੀਆਂ ਨੇ, ਕੀ ਕਹਿਣਗੇ? ਉੱਠੇ ਹੀ ਨਹੀਂ ਗਿਆ ਜੀ, ਨੀਂਦ ਹੀ ਚੜ੍ਹ ਗਈ। ਲੈ ਵੀ ਨੀਂਦ ਹੀ ਚੜ੍ਹ ਗਈ ਜੀ, ਸਾਰੀ ਰਾਤ ਨੀਂਦ ਹੀ ਚੜੀ ਰਹੀ ਆ। ਇਹ ਸਭ ਬਹਾਨੇ ਨੇ। ਤਾਂ ਗੁਰਮੁਖ ਪਿਆਰਿਓ, ਗੁਰੂ ਦੇ ਕੋਲ ਕੋਈ ਬਹਾਨਾ ਨਹੀਂ, ਕੋਈ ਸੱਲ ਨਹੀਂ, ਕੋਈ ਫਰੇਬ ਨਹੀਂ। ਇਸ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਾਂ ਆਪਣਾ ਭਲਾ ਕਰਾਣਾ, ਕਿਸੇ ਦਾ ਭਲਾ ਨਹੀਂ। ਜਿਹੜਾ ਵੀ ਜੀਵ ਗੁਰੂ ਦੇ ਚਰਨਾਂ 'ਚ ਆਏਗਾ ਨਾ, ਭਲਾ ਉਸੇ ਦੀ ਹੋਏਗਾ। ਜੇ ਘਰ ਦੇ ਵਿੱਚ 4 ਮੈਂਬਰ ਨੇ, ਜੇ ਇੱਕ ਆਊਗਾ ਨਾ ਤਾਂ ਇੱਕ ਦੀ ਵੀ ਭਲਾ ਹੋਊਗਾ। ਇਹ ਨਹੀਂ ਵੀ ਬੇਬੇ ਬਾਗੀ, ਮੈਂ ਉਹ ਤਾਂ ਮੰਜੇ ਦੀ ਪਿਆ ਰਹਾ। ਬੇਬੇ ਦਾ ਹਿਸਾਬ ਕਿਤਾਬ ਬੇਬੇ ਨਾਲ, ਤੇ ਪੁੱਤ ਦਾ ਹਿਸਾਬ ਪੁੱਤ ਨਾਲ, ਧੀ ਦਾ ਹਿਸਾਬ ਕਿਤਾਬ ਧੀ ਨਾਲ, ਨੂੰਹ ਦਾ ਹਿਸਾਬ ਕਿਤਾਬ ਨੂੰਹ ਨਾਲ। ਮਹਾਰਾਜ ਜੀ ਕਹਿੰਦੇ, ਇਹ ਕਰ ਕਰੇ ਇਹ ਕਰ ਪਾਏ, ਕੋਏ ਨਾ ਪਕੜਿਆ ਕਿਸੇ ਥਾਈ। ਜਦੋਂ ਜਮਦੂਤਾਂ ਨੇ ਪਕੜਨਾ ਨਾ, ਜਿਹਨੂੰ ਪਕੜਨਾ ਉਹਨੂੰ ਪਕੜਨਾ, ਦੂਸਰੇ ਨੂੰ ਨਹੀਂ ਪਕੜਦੇ, ਦੂਸਰੇ ਨੂੰ ਨਹੀਂ ਫੜਦੇ। ਜੇ ਆਹ ਹੱਥ ਨਾਲ ਸੇਵਾ ਕਰਾਂਗੇ ਨਾ, ਮਹਾਰਾਜ ਜੀ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ। ਜੇ ਆਹ ਹੱਥ ਨਾਲ ਸੇਵਾ ਕਰਾਂਗੇ ਤਾਂ ਗੁਰਮੁਖ ਪਿਆਰਿਓ, ਆਹ ਹੱਥ ਨੂੰ ਫਲ ਮਿਲਣਾ, ਇਹਨੂੰ ਨਹੀਂ ਮਿਲਣਾ। ਕਿਉਂ ਕਹਿੰਦੇ? ਵੀ ਜਦੋਂ ਭਾਈ ਵੀ ਦੋਨੇ ਹੱਥ ਲਾ ਲਓ, ਵੀ ਦੋਨਾਂ ਹੱਥਾਂ ਨੂੰ ਯੋਗਦਾਨ ਮਿਲ ਜਾਏ, ਤੇ ਇਸ ਕਰਕੇ ਫਲ ਮਿਲਣਾ। ਜਿਹੜਾ ਕੋਈ ਵੀ ਕਰਨੀ ਕਰੂਗਾ, ਨਾਮ ਜਪੂਗਾ, ਫਲ ਉਸੇ ਨੂੰ ਮਿਲਣਾ ਤੇ ਦੂਸਰੇ ਨੂੰ ਨਹੀਂ ਮਿਲਣਾ। ਆਖੋ ਸਤਿਨਾਮ। ਵਿਚਾਰ ਚੱਲ ਰਹੀ ਸੀ, ਸਤਿਗੁਰੂ ਜੀ ਨੇ ਪਿੰਡਾਂ ਵਿੱਚ ਇੱਕ ਧਰਮਸ਼ਾਲਾ ਬਣਵਾ ਕੇ ਉਸ ਵਿੱਚ ਗੁਰਸਿੱਖੀ ਪੜ੍ਹਨ ਦਾ ਪ੍ਰਬੰਧ ਕਰ ਦਿੱਤਾ। ਗੁਰੂ ਜੀ ਨੇ ਕਿਹਾ, ਸਤ ਸੰਗਤ ਦਾ ਮੇਲਾ ਕਰਿਆ ਕਰੋ, ਸਤ ਸੰਗਤ ਦਾ ਮੇਲਾ ਕਰਿਆ ਕਰੋ, ਤੁਹਾਨੂੰ ਸਦਾ ਸੁਖ ਰਹੇਗਾ, ਤੁਹਾਨੂੰ ਸਦਾ ਸੁਖ ਰਹੇਗਾ। ਮਹਾਰਾਜ ਜੀ ਕਹਿੰਦੇ, ਤਾਪ ਕਦੇ ਨਹੀਂ ਚੜੇਗਾ, ਕਦੇ ਵੀ। ਤਾਪ ਦੀ ਬਿਮਾਰੀ ਤੋਂ ਡਰ ਕੇ, ਗੁਰੂ ਜੀ ਦਾ ਬਚਨ ਮੰਨ ਕੇ ਸਭ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਆਖੋ ਸਤਿਨਾਮ। ਉਹੀ ਕੰਮ ਆਖਿਆ ਨਾ
ਕਦੇ ਡਰਦੇ ਹਰ ਹਰ ਕਰਦੇ, ਉਹ ਕਹਿ ਦੋ ਵੀ ਬਾਣੀ ਪੜ੍ਹ ਲਾ, ਕੋਈ ਨਹੀਂ ਪੜ੍ਹਦਾ। ਜਦੋਂ ਇਹੋ ਜਿਹਾ ਕੰਮ ਆ ਜਾਂਦਾ ਫਿਰ ਗੁਰਮੁਖ ਪਿਆਰੇ ਬਹੁਤੀ ਸਰਧਾ ਜਗਾਉਣ ਲੱਗ ਜਾਂਦਾ ਬੰਦਾ। ਮਹਾਰਾਜ ਦਾ ਹੁਕਮ, ਮਹਾਰਾਜ ਜੀ ਕਹਿੰਦੇ ਜੋ ਬਾਣੀ ਪੜ੍ਹੇਗਾ ਉਹਨੂੰ ਕਦੇ ਵੀ ਤਾਪ ਤੰਗ ਨਹੀਂ ਕਰੇਗਾ। ਤਾਂ ਗੁਰਮੁਖ ਪਿਆਰੇ ਬਿਮਾਰੀ ਤੋਂ ਡਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਬਚਨ ਮੰਨ ਕੇ ਸਭ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਆਖੋ ਸਤਿਨਾਮ। ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਰੋਜ਼ ਸੰਗਤ ਵਿੱਚ ਆਉਂਦੇ ਨੇ ਅਤੇ ਸੰਗਤ ਦੀ ਪ੍ਰੇਮ ਨਾਲ ਸੇਵਾ ਕਰਨ ਦਾ ਆਪਣਾ ਨੇਮ ਬਣਾ ਲਿਆ। ਇਸ ਨਾਲ ਦੇਸ਼ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ। ਬੜਾ ਪ੍ਰਚਾਰ ਉਸ ਸਮੇਂ ਸਿੱਖੀ ਦਾ ਹੋਇਆ। ਅੱਗੇ ਪ੍ਰਸੰਗ ਸ਼ੁਰੂ ਹੁੰਦਾ, ਸੂਬਾ ਸਰਹੰਦ ਨੇ ਡੱਲੇ ਨੂੰ ਦੂਜੀ ਵਾਰ ਚਿੱਠੀ ਭੇਜਣੀ, ਬਾਰ-ਬਾਰ ਚਿੱਠੀਆਂ ਭੇਜਦਾ ਰਿਹਾ। ਇਸ ਤਰ੍ਹਾਂ ਜਦ ਦੇਸ਼ ਵਿੱਚ ਬਹੁਤ ਦੂਰ ਦੂਰ ਤੱਕ ਗੁਰੂ ਜੀ ਦਾ ਫੇਰ ਜਸ ਫੈਲ ਗਿਆ, ਫੇਰ ਅਨੰਦਪੁਰ ਸਾਹਿਬ ਵਾਂਗੂ ਚੜ੍ਹਾਈ ਹੋਣ ਲੱਗ ਗਈ, ਤਾਂ ਸੂਬਾ ਸਰਹੰਦ ਨੇ ਫੇਰ ਗੁੱਸੇ ਨਾਲ ਭਾਈ ਡੱਲੇ ਨੂੰ ਚਿੱਠੀ ਲਿਖੀ ਕਿ ਤੂੰ ਆਪਣਾ ਬੁਰਾ ਕਿਉਂ ਕਰਨ ਲੱਗਾ ਹੈ? ਤੂੰ ਬਾਦਸ਼ਾਹ ਔਰੰਗਜ਼ੇਬ ਦੇ ਦੁਸ਼ਮਣ ਨੂੰ ਆਪਣੇ ਪਾਸ ਰੱਖਿਆ ਹੋਇਆ, ਭਾਵ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਦੁਸ਼ਮਣ ਸਮਝਦੇ ਸਨ। ਕਹਿੰਦੇ ਔਰੰਗਜ਼ੇਬ ਦੇ ਬਾਦਸ਼ਾਹ ਦੇ ਦੁਸ਼ਮਣ ਨੂੰ ਤੂੰ ਆਪਣੇ ਪਾਸ ਰੱਖਿਆ ਹੋਇਆ ਹੈ। ਹੁਣ ਵੀ ਜੇ ਭਲਾ ਚਾਹੁੰਦਾ ਹੈ ਤਾਂ ਗੁਰੂ ਜੀ ਨੂੰ ਫੜ ਕੇ ਮੇਰੇ ਪਾਸ ਭੇਜ ਦਿਓ। ਸੂਬਾ ਸਰਹੰਦ ਕਹਿੰਦਾ ਜੇ ਤੂੰ ਮੇਰੀ ਇਹ ਗੱਲ ਨਹੀਂ ਮੰਨੇਗਾ ਤਾਂ ਮੈਂ ਬਹੁਤ ਸੈਨਾ ਲੈ ਕੇ ਆਵਾਂਗਾ ਅਤੇ ਤੈਨੂੰ ਬਹੁਤ ਸਜ਼ਾ ਦਿਆਂਗਾ। ਤੇਰੇ ਪਿੰਡ ਲੁੱਟ ਪੁੱਟ ਕੇ ਉਜਾੜ ਦਿਆਂਗਾ। ਇਹ ਚਿੱਠੀ ਡੱਲੇ ਨੇ ਸੂਬੇ ਨੂੰ ਉੱਤਰ ਲਿਖਵਾਇਆ। ਚਿੱਠੀ ਦਾ ਇਹਦਾ ਉੱਤਰ ਲਿਖਵਾਇਆ ਕਿ ਜੇ ਤੂੰ ਮੈਨੂੰ ਡਰਾਉਣਾ ਚਾਹੁੰਦਾ ਹੈ ਤਾਂ ਮੈਂ ਡਰਾਂਗਾ ਨਹੀਂ। ਜਿਹੜੀ ਸੈਨਾ ਤੂੰ ਭੇਜੇਗਾ ਨਾ ਉੱਦਾਂ ਮੈਂ ਤਕੜਾ ਹੋ ਕੇ ਟਾਕਰਾ ਕਰਾਂਗਾ। ਕਿਸੇ ਤਰ੍ਹਾਂ ਵੀ ਉਹਨਾਂ ਨੂੰ ਫੜ ਨਹੀਂ ਸਕਦਾ। ਉਹਨਾਂ ਨੂੰ ਮੈਂ ਆਪਣੇ ਪ੍ਰਾਣਾਂ ਨਾਲ ਰੱਖਾਂਗਾ। ਡੱਲੇ ਦਾ ਇਹ ਨਿਰਭੈਤਾ ਵਾਲਾ ਉੱਤਰ ਸੁਣ ਕੇ ਸਤਿਗੁਰੂ ਜੀ ਉਸ ਉੱਤੇ ਬਹੁਤ ਖੁਸ਼ ਹੋਏ ਤੇ ਸਤਿਗੁਰੂ ਜੀ ਰੋਜ਼ ਦੀਵਾਨ ਲਾਉਂਦੇ, ਸੰਗਤਾਂ ਨੂੰ ਦੂਰ ਦੂਰ ਤੋਂ ਆਣ ਕੇ ਭੇਟਾਵਾਂ ਅਰਪਣ ਕਰਦੀਆਂ ਅਤੇ ਦਰਸ਼ਨ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਔਰ ਮਨੋਕਾਮਨਾ ਪੂਰੀਆਂ ਕਰਕੇ ਗੁਰੂ ਗੁਰੂ ਜਪਦੀਆਂ ਘਰਾਂ ਨੂੰ ਜਾਂਦੀਆਂ। ਦੇਖੋ ਸਰਹੰਦ, ਸੂਬਾ ਸਰਹੰਦ ਕਿਵੇਂ ਡਰਾਉਂਦਾ ਡੱਲੇ ਨੂੰ ਵੀ ਗੁਰੂ ਜੀ ਨੂੰ ਇੱਥੋਂ ਭੇਜ ਦੇਣ, ਕੱਢ ਦੇਣ। ਇੱਕ ਤਾਂ ਉੱਪਰੋਂ ਕਿੱਡੀਆਂ ਕਿੱਡੀਆਂ ਇਹਨਾਂ ਦੀਆਂ ਗਲਤੀਆਂ ਨੇ, ਉੱਪਰੋਂ ਡਰਾਉਂਦੇ ਨੇ। ਬੰਦਾ ਉਹੀ ਡਰਾਊਗਾ ਜਿਹੜਾ ਗਲਤ ਹੋਊਗਾ। ਇੱਕ ਤਾਂ ਬੰਦੇ ਦੀਆਂ ਐਡੀਆਂ ਗਲਤੀਆਂ ਹੁੰਦੀਆਂ ਨੇ, ਦੂਜਾ ਉੱਤੋਂ ਫਿਰ ਧਮਕੀਆਂ ਦੇਣਾ, ਡਰਾਣਾ। ਅੱਗੋਂ ਇਹ ਨਹੀਂ ਪਤਾ ਵੀ ਪਤੰਦਰਾਂ ਨੂੰ ਵੀ ਜਿਹਨੂੰ ਡਰਾਉਣੇ ਉਹਨਾਂ ਦਾ ਕਿੱਡਾ ਕੁ ਤਪ ਤੇਜ ਹੁੰਦਾ। ਅੱਗੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਡਰਾਉਂਦੇ ਸਨ, ਪਰ ਸਤਿਗੁਰੂ ਹੈ ਸੀ ਕਿਤੇ ਡਰਨ ਵਾਲੇ, ਹੈ ਸੀ ਕਿਤੇ ਦਬਣ ਵਾਲੇ। ਡੱਲਾ ਕਹਿੰਦਾ ਜੋ ਕਰਨਾ ਕਰ ਲਓ, ਜਾਂ ਭੇਜ ਦਿਓ ਜਿਹੜੀ ਫੌਜ ਭੇਜਣੀ ਆ। ਪਰ ਸਤਿਗੁਰੂ ਨੂੰ ਮੈਂ ਸਦਾ ਹੀ ਪਿਆਰ ਕਰਦਾ ਤੇ ਸਦਾ ਹੀ ਪਿਆਰ ਕਰਦਾ ਰਹਾਂਗਾ। ਆਓ ਬਾਕੀ ਵਿਚਾਰਾਂ ਕਰਾਂਗੇ। ਕੱਲ ਨੂੰ ਕੀ ਕਹਿੰਦੇ ਨੇ ਅੱਗੇ ਪ੍ਰਸੰਗ ਦੇ ਵਿੱਚ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਗੁਰੂ ਘਰ ਆਇਆ ਕਰੋ ਸਾਰੇ ਭਾਈ।
स्पीकर की आवाज़ बहुत दूर तक जाती आ। ठंड तो ना डरिया करो भी रजाइयां च ठंड आ, ठंड ने तुहानूं बचाउणा नहीं है किते कहो, बचाउणा गुरु ने आ। ठंड ने भला नहीं करना, भला करना गुरु ने। इस करके रजाइयां का त्याग करके गुरु के चरणों च आके नक मस्तक होया करो, दर्शन करया करो, बाणी सुनिया करो, कथा कीर्तन श्रवण करया करो। अपने समय और स्वासां नूं सफले बनाने का यतन करया करो। महाराज जी ने बहुत वड्डी वड्डी बख्शिशां कीतियां ने। नाम बाणी के प्रवाह चलते हैं, कथा कीर्तन के प्रवाह चलते हैं। सो आओ इन्ना क समा करो प्रवान। गुरबाणी पढ़दे सुनदे कोलों एक नहीं नेका ही प्रकार दी गलती भुलना चुका हो जांदियां ने। संगतां सतगुरु जी बख्शनहार हन। अगों वास्ते सिर ते मेरा प्रयत रख के सुध सपट गुरबाणी पढ़न दी, सेवा करन दी, कथा कीर्तन करन दी सूझी आ जाए। लोग सुखीए पर लोग सहेले, नानक हर प्रभ आपे मिले। जो अज देखदियां सेवावां ने सरदार अवतार सिंह जी कनेडा वाले, इन्हां परिवार वालों देखदी सेवा सरदार अवतार सिंह जी कनेडा वाले, और दूसरी सेवा मन कोमल सिंह जी, मन कोमल सिंह जी, इन्हां परिवार वालों देखदी सेवा है। आओ हुण इस श्लोक दे विच बोल के रसनों करिए बेहतर अरदास। हुक्मनामा साहिब कड़ा प्रसाद देगा लै करके भाई फिर आपको अपने घरों विहार करने ने। लोग सुखीए पर लोग सहेले, नानक हर प्रभ आपे मिले।